ਆਪ ਪਾਠ ਕਰਨ ਦਾ ਅਧਿਕ ਫਲ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨਾਮ ਅਭਿਆਸ ਕਮਾਈ ਸਮਾਗਮ ਵਿੱਚ ਸਾਰੇ ਜਥੇ ਸਮੇਤ ਸਾਰੇ ਦਿਨ ਹਾਜ਼ਰੀ ਭਰਦੇ ਤੇ ਗੁਰਬਾਣੀ ਦੀ ਕਥਾ ਸੰਗਤ ਨੂੰ ਸੁਣਾ ਕੇ ਗੁਰੂ ਚਰਨਾਂ ਨਾਲ ਜੋੜਿਆ ਕਰਦੇ। ਆਪ ਜੀ ਦੇ ਨਾਲ ਜਥੇ ਦੇ ਸਿੰਘਾਂ ਤੋਂ ਇਲਾਵਾ ਹੋਰ ਵੀ ਪ੍ਰੇਮੀ ਰੂਹਾਂ ਕਥਾ ਕੀਰਤਨ ਅਤੇ ਨਾਮ ਸਿਮਰਨ ਦੇ ਲਾਹੇ ਪ੍ਰਾਪਤ ਕਰਨ ਲਈ ਉਚੇਚੇ ਤੌਰ ਤੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਪੁੱਜਦੀਆਂ ਤੇ 8 ਹੀ ਦਿਨ ਗੁਰੂ ਚਰਨਾਂ ਨਾਲ ਆਪਣੀ ਆਤਮਾ ਨੂੰ ਸੁਰ ਕਰਨ ਦੇ ਆਹਰ ਵਿੱਚ ਜੁਟੀਆਂ ਰਹਿੰਦੀਆਂ। ਇਹਨਾਂ ਹੀ ਗੁਰੂ ਪ੍ਰੇਮੀ ਆਤਮਾਵਾਂ ਵਿੱਚੋਂ ਇੱਕ ਮਾਤਾ ਗੁਰਦੀਪ ਕੌਰ ਜੀ ਪਿੰਡ ਸਿਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਤੋਂ, ਜੋ ਗੁਰੂ ਚਰਨਾਂ ਦੇ ਅਤੀ ਪ੍ਰੇਮੀ ਤੇ ਪ੍ਰਭੂ ਮਿਲਾਪ ਦੀ ਤੜਫ ਵਾਲੇ ਸਨ ਤੇ ਮਾਇਕ ਤੌਰ ਤੇ ਵੀ ਗੁਰੂ ਪਾਤਸ਼ਾਹ ਜੀ ਨੇ ਕਾਫੀ ਖੁੱਲ੍ਹ ਖੇਡ ਬਖਸ਼ੀ ਹੋਈ ਸੀ, ਸਾਰੇ ਜਥੇ ਦੇ ਸਿੰਘਾਂ ਦੇ ਵਸਤਰਾਂ ਦੀ ਤੇ ਹੋਰ ਸਮੱਗਰੀ ਆਦਿ ਨਾਲ ਬੜੇ ਉਤਸ਼ਾਹ ਸਹਿਤ ਸੇਵਾ ਕਰਿਆ ਕਰਦੇ ਸਨ। ਇਹ ਪ੍ਰੇਮੀ ਮਾਤਾ ਜੀ ਵੀ 8 ਦਿਨਾਂ ਨਾਮ ਅਭਿਆਸ ਕਮਾਈ ਸਮਾਗਮ ਦਾ ਆਨੰਦ ਮਾਣਨ ਵਾਸਤੇ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੀ ਪ੍ਰੇਰਣਾ ਸਦਕਾ ਗੁਰਦੁਆਰਾ ਰਾਮਪੁਰ ਖੇੜਾ ਪੁੱਜੇ। ਸਾਰਾ ਸਮਾਗਮ ਨਾਮ ਸਿਮਰਨ ਕਥਾ ਕੀਰਤਨ ਦਾ ਆਨੰਦ ਮਾਣਿਆ। ਸਮਾਪਤੀ ਤੋਂ ਇੱਕ ਦਿਨ ਪਹਿਲਾਂ ਉਸ ਸਿਰਹਾਲੀ ਵਾਲੀ ਮਾਤਾ ਨੇ ਬਾਬਾ ਜੀ ਪਾਸੋਂ ਉਚੇਚਾ ਸਮਾਂ ਮੰਗ ਲਿਆ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਮੈਂ ਸੰਤ ਬਾਬਾ ਕਰਤਾਰ ਸਿੰਘ ਜੀ ਤੋਂ ਪਹਿਲਾਂ ਵੱਡੇ ਮਹਾਂਪੁਰਖਾਂ ਸਤਿਕਾਰਯੋਗ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੀ ਵੀ ਕਾਫੀ ਸੰਗਤ ਕੀਤੀ ਹੈ। ਮੈਂ ਉਹਨਾਂ ਦੇ ਸਮੇਂ ਹੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਬੈਠੀ ਸਾਂ ਕਿ ਮੈਂ 101 ਸ੍ਰੀ ਅਖੰਡ ਪਾਠ ਕਰਵਾਉਣੇ ਹਨ। ਵੱਡੇ ਮਹਾਂਪੁਰਖਾਂ ਨੂੰ ਵੀ ਮੈਂ ਕਈ ਵਾਰ ਬੇਨਤੀ ਕੀਤੀ, ਪਰ ਉਹਨਾਂ ਦੇ ਸਰੀਰ ਵਿੱਚ ਹੁੰਦਿਆਂ ਵੀ ਮੇਰਾ ਇਹ ਫੁਰਨਾ ਪੂਰਾ ਨਹੀਂ ਹੋ ਸਕਿਆ। ਉਹਨਾਂ ਤੋਂ ਪਿੱਛੋਂ ਮੈਂ ਹੁਣ ਕਈ ਵਾਰ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਬੇਨਤੀ ਕੀਤੀ ਹੈ ਕਿ ਮੇਰਾ ਸੰਕਲਪ ਜੋ ਮੈਂ ਅਰਦਾਸ ਰੂਪ ਵਿੱਚ ਗੁਰੂ ਚਰਨਾਂ ਵਿੱਚ ਕਰ ਚੁੱਕੀ ਹਾਂ ਪੂਰਾ ਕਰੋ। ਪਰ ਖਾਲਸਾ ਜੀ ਨੂੰ ਪ੍ਰਚਾਰ ਦੇ ਬਹੁਤ ਰੁਝੇਵੇਂ ਹਨ। ਜੇ ਮੈਂ ਉਹਨਾਂ ਨੂੰ ਬਹੁਤਾ ਆਖਦੀ ਹਾਂ ਤਾਂ ਉਹ ਇਹ ਕਹਿੰਦੇ ਹਨ ਕਿ ਮਾਤਾ, ਇਹ ਬਹੁਤ ਵੱਡਾ ਕੰਮ ਹੈ, ਕਿਤੇ ਮਹੀਨਾ ਭਰ ਪੜਾ ਕਰੀਏ ਤਾਦੇ ਕਾਰਜ ਹੋ ਸਕਦਾ ਹੈ। ਸੋ ਮੇਰੀ ਉਮਰ ਵਡੇਰੀ ਹੋ ਰਹੀ ਹੈ, ਸਰੀਰ ਦਾ ਕੋਈ ਭਰੋਸਾ ਨਹੀਂ, ਸੋ ਆਪ ਜੀ ਹੀ ਕਿਰਪਾ ਕਰਕੇ ਮੇਰੀ ਇਸ ਮਜਬੂਰੀ ਦਾ ਕੋਈ ਹੱਲ ਕੱਢੋ। ਮਾਤਾ ਜੀ ਦੇ ਇਹ ਸ਼ਰਧਾ ਭਰੇ ਬਚਨ ਸਰਵਣ ਕਰਕੇ ਬਾਬਾ ਜੀ ਥੋੜਾ ਸਮਾਂ ਚੁੱਪ ਕਰ ਗਏ। ਥੋੜੀ ਖਾਮੋਸ਼ੀ ਪਿੱਛੋਂ ਆਪ ਜੀ ਨੇ ਮਾਤਾ ਜੀ ਨੂੰ ਕਿਹਾ, ਮਾਤਾ ਜੀ, ਖਾਲਸਾ ਜੀ ਨੂੰ ਤਾਂ ਵਾਕਿਆ ਹੀ ਪ੍ਰਚਾਰ ਦੇ ਬਹੁਤ ਰੁਝੇਵੇਂ ਹਨ। ਕੀ ਤੁਸੀਂ ਆਪ ਖੁਦ ਗੁਰੂ ਮਹਾਰਾਜ ਜੀ ਦਾ ਪਾਠ ਕਰ ਲੈਂਦੇ ਹੋ? ਮਾਤਾ ਜੀ ਨੇ ਕਿਹਾ, ਜੀ ਬਾਬਾ ਜੀ, ਮੈਂ ਗੁਰੂ ਮਹਾਰਾਜ ਜੀ ਦੀ ਸੰਥਿਆ ਲਈ ਹੋਈ ਹੈ ਤੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਚੰਗੀ ਤਰ੍ਹਾਂ ਕਰ ਸਕਦੀ ਹਾਂ। ਬਾਬਾ ਜੀ ਪ੍ਰਸੰਨ ਹੋਏ ਤੇ ਬੋਲੇ, ਮਾਤਾ, ਫਿਰ ਤਾਂ ਗੱਲ ਹੀ ਬਣ ਗਈ। ਤੁਸੀਂ ਹੋਰ ਪਾਸੇ ਦੀ ਝਾਕ ਛੱਡ ਕੇ ਹਰ ਮਹੀਨੇ ਇੱਕ ਸਹਿਜ ਪਾਠ ਦਾ ਭੋਗ ਪਾ ਲਿਆ ਕਰੋ ਤੇ ਪਾਠ ਪ੍ਰੇਮ ਨਾਲ ਸੁਣ ਕੇ ਕਰਿਆ ਕਰੋ। ਫੇਰ ਵੇਖਣਾ ਕਿ ਪਾਠ ਕਰਵਾਉਣ ਦੇ ਨਾਲੋਂ ਆਪ ਪਾਠ ਕਰਨ ਨਾਲ ਕਿੰਨਾ ਜ਼ਿਆਦਾ ਲਾਭ ਹੁੰਦਾ ਹੈ। ਮਾਤਾ ਜੀ ਕਹਿਣ ਲੱਗੇ ਕਿ ਬਾਬਾ ਜੀ, ਮੈਂ ਤਾਂ ਅਖੰਡ ਪਾਠਾਂ ਦੀ ਅਰਦਾਸ ਕੀਤੀ ਹੋਈ ਹੈ। ਬਾਬਾ ਜੀ ਕਹਿਣ ਲੱਗੇ, ਗੁਰੂ ਸਾਹਿਬ ਜਾਣੀ ਜਾਣ ਹਨ, ਉਹ ਸਾਡੀ ਮਜਬੂਰੀ ਨੂੰ ਸਮਝਦੇ ਹਨ ਤੇ ਜੇ ਤੁਸੀਂ ਅਖੰਡ ਪਾਠ ਭਲਾ ਕਰਵਾ ਵੀ ਲਵੋ, ਸਾਰੇ ਪਾਠ ਤਾਂ ਤੁਸੀਂ ਸੁਣ ਨਹੀਂ ਸਕਣੇ। ਜੇ ਤੁਸੀਂ ਆਪ ਕਰੋਗੇ ਤਾਂ ਸ਼ਰਧਾ ਭਾਵਨੀ ਨਾਲ ਸਹਿਜੇ ਸਹਿਜੇ ਸੁਣ ਕੇ ਜਦੋਂ ਕਰੋਗੇ, ਇਸ ਤਰ੍ਹਾਂ ਕਰਨ ਨਾਲ ਗੁਰੂ ਮਹਾਰਾਜ ਜੀ ਦੀ ਜ਼ਿਆਦਾ ਪ੍ਰਸੰਨਤਾ ਹੋਵੇਗੀ। ਸੋ ਭਰਮ ਨਾ ਕਰੋ, ਤੁਸੀਂ ਪਾਠ ਆਰੰਭ ਕਰ ਦਿਓ, ਫਿਰ ਵੇਖਣਾ ਕਿ ਖੁਦ ਆਪ ਪਾਠ ਕਰਨ ਨਾਲ ਕਿੰਨਾ ਲਾਭ ਮਿਲਦਾ ਹੈ। ਮਾਤਾ ਜੀ ਨੇ 7 ਬਚਨ ਕਹਿ ਕੇ ਪਿੰਡ ਜਾ ਕੇ ਸਹਿਜ ਪਾਠ ਆਰੰਭ ਕਰ ਲਏ। ਮਹੀਨੇ ਤੋਂ ਪਹਿਲਾਂ ਹੀ ਪਾਠ ਦਾ ਭੋਗ ਪਾ ਲੈਣਾ। ਅਜੇ ਚੌਥਾ ਸਾਲ ਹੀ ਸਹਿਜ ਪਾਠ ਕਰਦਿਆਂ ਬੀਤਿਆ ਸੀ ਤੇ ਤਕਰੀਬਨ 50 ਕੁ ਪਾਠਾਂ ਤੋਂ ਵੀ ਘੱਟ ਹੀ ਸਹਿਜ ਪਾਠ ਕੀਤੇ ਸਨ। ਗੁਰੂ ਮਹਾਰਾਜ ਜੀ ਨੇ ਉਸ ਮਾਤਾ ਜੀ ਨੂੰ ਪ੍ਰਤੱਖ ਦਰਸ਼ਨ ਬਖਸ਼ਿਸ਼ ਕੀਤੇ। ਸ਼ਾਂਤੀ, ਸਹਿਜ, ਖੁਸ਼ੀ ਅਤੇ ਹੋਰ ਆਤਮਿਕ ਅਵਸਥਾਵਾਂ ਤਾਂ ਦੂਸਰੇ ਸਾਲ ਹੀ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀਆਂ ਸਨ। ਬਖਸ਼ਿਸ਼ ਪ੍ਰਾਪਤ ਕਰਨ ਉਪਰੰਤ ਵੀ ਦਾਸ ਨੇ ਮਾਤਾ ਜੀ ਦੇ ਦਰਸ਼ਨ ਕੀਤੇ। ਇੱਥੇ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਬਖਸ਼ਿਸ਼ ਪ੍ਰਾਪਤ ਕਰਨ ਉਪਰੰਤ ਦਾਸ ਨੇ ਵੀ ਮਾਤਾ ਜੀ ਦੇ ਦਰਸ਼ਨ ਕੀਤੇ। ਕੋਲ ਬੈਠਿਆਂ ਹੀ ਸ਼ਾਂਤੀ ਮਿਲਦੀ ਸੀ, ਚਿਹਰੇ ਤੇ ਜਲਾਲ ਸੀ ਤੇ ਬਿਰਤੀ ਹਰ ਸਮੇਂ ਗੁਰੂ ਪਿਆਰ ਵਿੱਚ ਭਿੱਜੀ ਰਹਿੰਦੀ ਸੀ। ਲਗਾਤਾਰ ਸਿਮਰਨ ਦੀ ਰੌਂ ਚੱਲਦੀ ਰਹਿੰਦੀ ਸੀ। ਆਪ ਜੀ ਹਰ ਸਾਲ ਨਾਮ ਅਭਿਆਸ ਕਮਾਈ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਆਉਂਦੇ ਸਨ
ਤੇ ਬਾਬਾ ਜੀ ਨਾਲ ਗੁਰੂ ਬਖਸ਼ਿਸ਼ਾਂ ਦੀ ਸਾਂਝ ਬਚਨਾਂ ਦੁਆਰਾ ਕਰਦੇ। ਇਸ ਪ੍ਰੇਮ ਭਿੱਜੀ ਅਵਸਥਾ ਵਿੱਚ ਮਾਤਾ ਜੀ ਨੇ 4 ਸਾਲ ਬਾਅਦ ਬਾਬਾ ਜੀ ਨਾਲ ਗੱਲ ਕੀਤੀ ਕਿ ਬਾਬਾ ਜੀ, ਆਪ ਜੀ ਨੇ ਜੋ ਮੈਨੂੰ ਕਿਰਪਾ ਕਰਕੇ ਗੁਰੂ ਚਰਨਾਂ ਨਾਲ ਜੁੜਨ ਦਾ ਮਾਰਗ ਦੱਸਿਆ ਸੀ, ਉਸ ਮਾਰਗ ਤੇ ਚੱਲ ਕੇ ਮੈਂ ਜੀਵਨ ਵਿੱਚ ਜੋ ਪ੍ਰਾਪਤ ਕਰਨਾ ਚਾਹੁੰਦੀ ਸਾਂ ਸੋ ਕੁਝ ਹੀ ਪ੍ਰਾਪਤ ਕਰ ਲਿਆ ਹੈ। ਹੁਣ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਬਾਕੀ ਨਹੀਂ ਰਹਿੰਦੀ। ਪਰ ਹੁਣ ਮੇਰੀ ਇੱਕ ਮਜਬੂਰੀ ਹੈ ਕਿ ਇੱਕ ਤਾਂ ਵਡੇਰੀ ਉਮਰ ਕਾਰਨ, ਦੂਸਰੇ ਹੁਣ ਨਾਮ ਸਿਮਰਨ ਨਿਰੰਤਰ ਗੁਰੂ ਮਿਹਰ ਨਾਲ ਜਾਰੀ ਹੋ ਗਿਆ ਹੈ। ਮੇਰੇ ਪਾਸੋਂ ਬਹੁਤਾ ਸਮਾਂ ਪਾਠ ਨਹੀਂ ਹੁੰਦਾ। ਕਿਰਪਾ ਕਰਕੇ ਦੱਸੋ ਕਿ ਹੁਣ ਜਿਹੜੇ ਬਾਕੀ ਅਜੇ 40-45 ਦੇ ਕਰੀਬ ਪਾਠ ਰਹਿੰਦੇ ਹਨ ਉਹ ਕਿਵੇਂ ਮੈਂ ਪੂਰੇ ਕਰਾਂ, ਤਾਂ ਜੋ ਇਹ ਸ਼ੰਕਾ ਵੀ ਮੇਰੇ ਮਨ ਵਿੱਚੋਂ ਨਿਵਰਤ ਹੋ ਜਾਵੇ। ਬਾਬਾ ਜੀ ਨੇ ਮਾਤਾ ਜੀ ਦੀ ਬੇਨਤੀ ਸੁਣ ਕੇ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ, ਜੇ ਤੁਸੀਂ ਆਪ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਕਹਿ ਕੇ ਕੋਈ ਚੰਗਾ ਪ੍ਰੇਮੀ ਪਾਠੀ ਰੱਖ ਲਵੋ, ਮੈਂ ਵੀ ਉਹਨਾਂ ਨੂੰ ਬੇਨਤੀ ਕਰ ਦੇਵਾਂਗਾ। ਪਾਠੀ ਸਿੰਘ ਜਿੰਨਾ ਚਿਰ ਪਾਠ ਕਰੇ ਤੁਸੀਂ ਕੋਲ ਬੈਠ ਕੇ ਨਾਲੇ ਸਿਮਰਨ ਕਰੀ ਗਏ ਨਾਲੇ ਪਾਠ ਸੁਣੀ ਗਏ। ਇਸ ਤਰ੍ਹਾਂ ਦੋਵੇਂ ਕਾਰਜ ਪੂਰੇ ਹੋ ਜਾਣਗੇ। ਇੱਕ ਤੁਹਾਡਾ ਸੰਕਲਪ ਵੀ ਪੂਰਾ ਹੋ ਜਾਵੇਗਾ, ਦੂਸਰੇ ਇਸ ਤਰ੍ਹਾਂ ਤੁਹਾਨੂੰ ਗੁਰੂ ਪਾਤਸ਼ਾਹ ਜੀ ਦੀ ਹਰ ਰੋਜ਼ ਸੰਗਤ ਕਰਨ, ਬਚਨ ਸਰਵਣ ਕਰਨ ਤੇ ਸਿਮਰਨ ਕਰਨ ਨਾਲ ਹੋਰ ਵੀ ਜ਼ਿਆਦਾ ਆਤਮਿਕ ਲਾਹਾ ਪ੍ਰਾਪਤ ਹੋਵੇਗਾ। ਮਾਤਾ ਜੀ ਦੇ ਮਨ ਨੂੰ ਵੀ ਬਾਬਾ ਜੀ ਦੀ ਇਹ ਤਜਵੀਜ਼ ਬਹੁਤ ਚੰਗੀ ਲੱਗੀ। ਮਾਤਾ ਜੀ ਆਪ ਮੁਹਾਰੇ ਕਹਿਣ ਲੱਗੀ, ਬਾਬਾ ਜੀ ਤੁਸੀਂ ਤਾਂ ਮੇਰੇ ਅੰਦਰ ਦੀ ਗੱਲ ਜਾਣ ਲਈ ਹੈ। ਹੁਣ ਮੈਨੂੰ ਗੁਰਬਾਣੀ ਪੜ੍ਹਨ ਦੇ ਨਾਲੋਂ ਗੁਰਬਾਣੀ ਸੁਣ ਕੇ ਜ਼ਿਆਦਾ ਆਨੰਦ ਆਉਂਦਾ ਹੈ। ਗੁਰਬਾਣੀ ਸੁਣਨ ਦੇ ਨਾਲ ਜੇ ਸਿਮਰਨ ਵਿੱਚ ਕੁਝ ਢਿੱਲ ਵੀ ਹੋਵੇ ਤਾਂ ਉਹ ਦੂਰ ਹੋ ਜਾਂਦੀ ਹੈ ਤੇ ਨਾਮ ਦੀ ਰੌਂ ਦੂਣ ਸੁਵਾਈ ਚੱਲ ਪੈਂਦੀ ਹੈ। ਬਾਬਾ ਜੀ ਕਹਿਣ ਲੱਗੇ ਕਿ ਬਾਣੀ ਪੜ੍ਹਨ ਅਤੇ ਪ੍ਰੇਮ ਨਾਲ ਬਾਣੀ ਸਰਵਣ ਕਰਨ ਵਿੱਚ ਫਰਕ ਨਹੀਂ, ਗੱਲ ਸਾਰੀ ਧਿਆਨ ਦੀ ਹੈ। ਜੇ ਬਾਣੀ ਧਿਆਨ ਨਾਲ ਸੁਣੀ ਜਾਵੇ ਤਾਂ ਗੁਰੂ ਪਾਤਸ਼ਾਹ ਜੀ ਤਾਂ ਹਰ ਰੋਜ਼ ਆਪਾਂ ਨੂੰ ਸੁਣਿਆ ਦੀਆਂ 4 ਪੌੜੀਆਂ ਵਿੱਚ ਸੁਣਨ ਦਾ ਕਿੰਨਾ ਮਹਾਤਮ ਦੱਸਦੇ ਹਨ। ਗੁਰੂ ਪਾਤਸ਼ਾਹ ਤਾਂ ਹਰ ਪੌੜੀ ਦੇ ਅਖੀਰ ਵਿੱਚ ਇਸ ਗੱਲ ਦੀ ਪ੍ਰੋੜਤਾ ਵਾਰ-ਵਾਰ ਮੁੜ-ਮੁੜ ਕੇ ਕਰਦੇ ਹਨ ਕਿ ਜੋ ਪ੍ਰਾਣੀ ਪ੍ਰੇਮ ਨਾਲ ਸੁਣਦਾ ਹੈ ਉਸ ਦੇ ਸਾਰੇ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਉਸ ਨੂੰ ਸਦਾ ਲਈ ਸਦੀਵੀ ਖੇੜਾ, ਸਦੀਵੀ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼। ਤਥਾ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਾਨੜਾ ਰਾਗ ਵਿੱਚ ਪਾਵਨ ਬਚਨ ਕਰਦੇ ਨੇ ਕਿ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਤਥਾ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤਥਾ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਹੋਰ ਬਚਨ ਕਰਦੇ ਨੇ ਕਿ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਇਸ ਬਚਨ ਨੂੰ ਮੰਨਣ ਨਾਲ ਮਾਤਾ ਜੀ ਨੂੰ ਹੋਰ ਵੀ ਆਤਮਿਕ ਉਚਤਾ ਪ੍ਰਾਪਤ ਹੋਈ। ਸੋ ਆਪਾਂ ਨੂੰ ਵੀ ਇਸ ਗੱਲ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਕਿ ਰਿਵਾਜ ਜਾਂ ਗਿਣਤੀ ਪੂਰੀ ਕਰਨ ਦੇ ਨਾਲੋਂ ਆਪ ਪ੍ਰੇਮ ਨਾਲ ਬਾਣੀ ਪੜ੍ਹਨ ਤੇ ਸੁਣਨ ਨਾਲ ਅਧਿਕ ਲਾਭ ਪ੍ਰਾਪਤ ਹੁੰਦਾ ਹੈ। ਨਿਰਾ ਲੋਕ ਦਿਖਾਵੇ ਲਈ ਪੜ੍ਹਨ ਨੂੰ ਗੁਰੂ ਪਾਤਸ਼ਾਹ ਜੀ ਨੇ ਵੀ ਖੰਡਨ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੋਰਠ ਰਾਗ ਵਿੱਚ ਪਾਵਨ ਬਚਨ ਕਰਦੇ ਨੇ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ ਰਹਾਓ। ਤਥਾ ਭਗਤ ਕਬੀਰ ਜੀ ਪਾਵਨ ਬਚਨ ਕਰਦੇ ਨੇ ਕਿ ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤਾਂ ਆਸਾ ਜੀ ਦੀ ਵਾਰ ਵਿੱਚ ਨਿਰੀ ਪੜ੍ਹੰਤ ਦਾ ਖੰਡਨ ਕਰਦੇ ਪਏ ਹਨ। ਸਤਿਗੁਰੂ ਬਚਨ ਕਰਦੇ ਨੇ ਕਿ ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀ ਐ ਸਾਥ, ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀ ਐ ਖਾਤ, ਪੜੀਐ ਹੈ ਜੇਤੇ ਬਰਸ ਬਰਸ, ਪੜੀਐ ਹੈ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਹੈ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਪੜ੍ਹਨਾ ਤਾਂ ਇਸ ਲਈ ਹੈ ਕਿ ਅਸੀਂ ਸੁਣ ਸਕੀਏ, ਤੇ ਸੁਣਨਾ ਇਸ ਲਈ ਹੈ ਕਿ ਆਪਾਂ ਜੋ ਸੁਣਿਆ ਹੈ ਉਸ ਨੂੰ ਮੰਨ ਲਈਏ। ਤੇ ਫਿਰ ਜੋ ਮੰਨ ਲੈਂਦਾ ਹੈ, ਸਤਿਗੁਰੂ ਜੀ ਜਪਜੀ ਸਾਹਿਬ ਦੀ 12ਵੀਂ ਪੌੜੀ ਵਿੱਚ ਪਾਵਨ ਫਰਮਾਨ ਕਰਦੇ ਹਨ ਕਿ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ
ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਤਥਾ ਜਿਨੀ ਸੁਣ ਕੇ ਮੰਨਿਆ, ਤਿਨਾ ਨਿਜ ਘਰ ਵਾਸ।